अकाल दोस्तों, मैं हाँ तुहाडा अपना तरलोक। तुसीं देख रहे हो न्यूज़ T20। सहायक प्रोफैसर गैस्ट फैकल्टीज़ अपनियां मंगां नूं लैके दिता गया धरना जिहड़ा 31 दिन विच शामिल हो गया। उन्हां दे धरने नूं समर्थन देण आए संजीव राणा ते संजीव गौतम जी आम आदमी पार्टी के आगू की दिता आश्वासन, आओ झात मारदे हां। जी संजीव जी, अज विशेष तौर के उत्ते अज समर्थन देण गैस्ट फैकल्टीज़ नूं पहुंचे हो, की कारण है सर? ਅਸੀਂ ਅੱਜ ਸਾਨੂੰ ਜਿਸ ਤਰ੍ਹਾਂ ਪਤਾ ਲੱਗਿਆ ਵੀ ਪੰਜਾਬ ਜਿਹੜੇ ਸ਼ਿਵਾਲਿਕ ਕਾਲਜ ਦੇ ਪ੍ਰੋਫੈਸਰ ਹੈ ਉਹ ਮੁੱਖ ਮੰਤਰੀ ਜਿਹੜੇ ਚੰਨੀ ਦਾ ਪੁਤਲਾ ਫੂਕ ਰਹੇ, ਉਸ ਕਰਕੇ ਅਸੀਂ ਇਹਨਾਂ ਨਾਲ ਸਾਥ ਦੇਣਾ ਹੈ। ਇਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਹੈ ਅਸੀਂ ਚਾਹੁੰਦੇ ਹੈ ਵੀ ਚੰਨੀ ਸਾਹਿਬ ਜਿਹੜੀ ਉਹਨਾਂ ਨੂੰ ਮੰਗਾਂ ਨੂੰ ਪੂਰੀਆਂ ਕਰਨ। ਸਾਡੀ ਮੰਗ ਹੈ ਚੰਨੀ ਸਾਹਿਬ ਕੋਲੋਂ, ਇਹਨਾਂ ਦੀ ਵੀ ਮੰਗ ਹੈ, ਸਾਡੀ अलग तो मंग है भी इन्हां दी जिहड़ी बनदा जिहड़ा हक है इन्हां नूं दिता जावे, जिस तो काफ़ी लंबे समय अरसे तो काफ़ी लंबे अरसे तो ये वांझे है जिस हक तो उन्हां दा जिहड़ा बनदा हक उन्हां नूं देना मिलना चाहिए। ते तुहाडे वल्लों की आश्वासन दिता गया सी जी? असीं तां इन्हां दा साथ दे सकदे, देखो असीं सरकार तां बैठे नहीं है, असीं इन्हां दा साथ दे सकदे जिस तरह दी भी साडी हैल्प दी इन्हां नूं लोड़ है, असीं इन्हां दे नाल खड़े है ते सरकार नूं सुचेत कर रहे भी ये बहुत बड़ा जिहड़ा गलत जिहड़ा कदम जिहड़ा सरकार चक रही। किसी बंदे नूं 25 साल 30 साल तुसीं उह तो नौकरी कराओ तो उस तो बाद उहनूं तुसीं ठोकर मार दिओ, ये गल ठीक नहीं है। तुसीं अपना जिहड़ा वादा जे पूरा करना है भी घर घर रोज़गार देने का, हालांकि 1300 नौकरियां देने नाल तुहाडा जिहड़ा वादा पूरा नहीं होना, पर इन्हां दा नुकसान जरूर हो जाना। तुहानूं चाहीदा, पंजाब सरकार नूं चाहीदा, चन्नी साहब नूं चाहीदा भी पहलां ये ना करो भी एक बंदे नूं बेरोज़गार करके दूजे नूं तुसीं नौकरी दे दो। तुसीं ईमानदारी नाल पहलां जिहड़े 25-25 साल 30-30 साल तो कुछ प्रोफैसर है जिहड़े रिटायरमेंट दी एज ते बैठे है, उन्हां नूं जे अज तुसीं नौकरी तो कढ दोगे तां तुहाडा जिहड़ा हशर है वो बहुता वधिया नहीं होना। आने वाले इलैक्शन भी सिर ते है, किरपा करके इस चीज़ नूं ध्यान च लियाओ, इन्हां दी मंग सुण तां लो। घट्टो घट्ट थोड़ा कहना है चन्नी साहब भी मैं हरेक बंदे की जिहड़ी गल सुनदा, तुसीं अज तक इन्हां दी प्रोफैसर दी अज तक तुसीं गल नहीं सुनी। तुसीं गल तां सुनो इन्हां दी, क्या कहंदे ये, क्या इन्हां दी मंग नजायज़ है? दसो, तुसीं दसो, एक बार अनाउंस करके दसो भी नजायज़ मंग करदे। 30 साल बंदा एक सरकारी जिहड़ा कॉलेज विच पढ़ांदा ते तुसीं उहनूं सरकारी नौकरी नहीं दसे, किहड़ा 30 साल पुराना अपनी मंग मंगदे कोई भी जिहड़े 30 साल असीं कोई नौकरी कीती है ਉਹਦਾ हक दिओ, ਤਾਂ ਮੰਗਦੇ नहीं ਇਹ ਤਾਂ ਕਹਿੰਦੇ ਅੱਗੇ ਤੋਂ ਜਿਹੜੀ ਨੌਕਰੀ ਆ ਤੁਸੀਂ ਸਰਕਾਰੀ ਨੌਕਰੀ ਦੇ ਰਹੇ, ਘੱਟੋ ਘੱਟ ਜਿਹੜੇ ਅਸੀਂ ਪਹਿਲਾਂ ਇੰਨੀ ਦੇਰ ਤੋਂ ਲੱਗੇ ਵੀ ਸਾਨੂੰ ਤਾਂ ਦੇ ਦਿਓ ਪਹਿਲਾਂ। ਇਹਨਾਂ ਨੂੰ ਤੁਸੀਂ ਬੇਰੁਜ਼ਗਾਰ ਕਰਕੇ ਅੱਗੇ ਤੁਸੀਂ ਰੋਜ਼ਗਾਰ ਦੇ ਰਹੇ, ਕਿੱਥੇ ਦਾ ਇਨਸਾਫ ਹੈ? ਸੋ ਅਸੀਂ ਇਹਨਾਂ ਦੇ ਨਾਲ ਖੜੇ ਆ, ਜਿੱਥੇ ਵੀ ਅੱਗੇ ਜਿੱਦਾਂ ਵੀ ਇਹਨਾਂ ਨੇ ਆਪਣਾ ਸੰਘਰਸ਼ ਤੇਜ਼ ਕਰਨਾ, ਜਿਸ ਤਰ੍ਹਾਂ ਦੀ ਵੀ ਸਾਡੀ ਹੈਲਪ ਦੀ ਲੋੜ ਹੋਵੇ, ਹਰ ਤਰ੍ਹਾਂ ਨਾਲ ਇਹਨਾਂ ਨਾਲ ਖੜੇ। ਜੀ ਸੰਜੀਵ ਜੀ, ਅੱਜ ਗੈਸ ਫੈਕਲਟੀ ਦਾ ਧਰਨੇ ਦੇ ਵਿੱਚ ਵਿਸ਼ੇਸ਼ ਤੌਰ ਤੇ ਤੁਸੀਂ ਪਹੁੰਚੇ ਹੋ, ਕੀ ਆਸ਼ਵਾਸਨ ਦਿੱਤਾ ਸੀ? ਅੱਜ ਪੰਜਾਬ ਦਾ ਵਿਦਿਅਕ ਅਦਾਰਾ ਬੜੀ ਤਕਲੀਫ ਦੇ ਵਿੱਚ ਹੈ, ਸਟੂਡੈਂਟ ਵੀ ਬਹੁਤ ਤਕਲੀਫ 'ਚ ਹੈ ਔਰ ਪੜ੍ਹਾਉਣ ਵਾਲੇ ਅਧਿਆਪਕ ਵੀ ਬਹੁਤ ਤਕਲੀਫ 'ਚ ਹੈ। ਪੰਜਾਬ ਇੱਕ ਇਹੋ ਜਿਹਾ ਸੂਬਾ ਹੈ ਜਿੱਥੇ ਅਧਿਆਪਕਾਂ ਨੂੰ ਠੇਕੇ 'ਤੇ ਰੱਖਿਆ ਜਾਂਦਾ ਹੈ ਔਰ ਅਧਿਆਪਕਾਂ ਦੀ ਤਨਖਾਹ ਸ਼ਰਾਬ ਦੇ ਠੇਕੇ ਤੋਂ ਦਿੱਤੀ ਜਾਂਦੀ ਹੈ। ਉਹ ਸੂਬੇ ਕਦੇ ਤਰੱਕੀ ਨਹੀਂ ਕਰਦੇ ਜਿਨ੍ਹਾਂ ਸੂਬਿਆਂ ਦੇ ਜਿਹੜੇ ਅਧਿਆਪਕ ਹੁੰਦੇ ਨੇ ਜਿਨ੍ਹਾਂ ਨੂੰ ਠੇਕੇ 'ਤੇ ਰੱਖਿਆ ਜਾਂਦਾ ਹੈ। ਨਾਲ ਦੇ ਲੱਗਦੇ ਸੂਬੇ ਚਾਹੇ ਹਿਮਾਚਲ ਦਾ ਵੀ ਲੈ ਲਓ, ਉੱਥੇ ਦੀ ਜਨਸੰਖਿਆ ਦੇ ਮੁਤਾਬਕ ਤੁਸੀਂ ਦੇਖੋਗੇ ਹਰ ਘਰ ਦੇ ਵਿੱਚ ਇੰਪਲਾਈਜ਼ ਹੈ। ਪੰਜਾਬ ਦਾ ਸੂਬਾ ਹਿਮਾਚਲ ਔਰ ਹਰਿਆਣਾ ਤੋਂ ਕਿਤੇ ਜ਼ਿਆਦਾ ਉੱਪਰ ਸੀ। ਅੱਜ ਪੰਜਾਬ ਦੇ ਸੂਬੇ ਦਾ ਡਾਊਨ ਹੋਣਾ, ਇੱਥੋਂ ਦੀ ਜਿਹੜੀ ਇੱਕ ਲੋਕਤੰਤਰ ਦੀ ਪਰਿਭਾਸ਼ਾ ਉਹਨੂੰ ਬਿਲਕੁਲ ਬਦਲਣਾ ਹੈ। ਉਸ ਲੋਕਤੰਤਰ ਦੀ ਪਰਿਭਾਸ਼ਾ ਦੇ ਬਦਲਣ ਦੇ ਨਾਲ ਪੰਜਾਬ ਸਾਡਾ ਅੱਜ ਘਾਟੇ ਪਰ ਹੈ। ਪੰਜਾਬ ਦੇ ਜਿਹੜੇ ਲੋਕਤੰਤਰ ਦੇ ਬਣਾਏ ਹੋਏ ਨੁਮਾਇੰਦੇ ਜਿਨ੍ਹਾਂ ਨੂੰ ਅਸੀਂ ਡੈਮੋਕ੍ਰੇਟਿਕ ਕਹਿੰਦੇ ਹਾਂ, ਉਹਨਾਂ ਪਰ ਅੱਜ ਬਿਊਰੋਕ੍ਰੇਟਿਕ ਦਾ ਰਾਜ ਹੋ ਚੁੱਕਿਆ। ਬਿਊਰੋਕ੍ਰੇਸੀ ਜਿਵੇਂ ਧੱਕੇ ਨਾਲ ਜੋ ਵੀ ਕੰਮ ਕਰਾਉਂਦੀ ਹੈ ਉਵੇਂ ਹੀ ਕਰਦੀ ਹੈ, ਜਿਵੇਂ ਬਿਊਰੋਕ੍ਰੇਟਿਕ ਆਫੀਸਰਸ ਉਹਨਾਂ ਨੂੰ ਸਲਾਹ ਦਿੰਦੇ ਨੇ ਉਵੇਂ ਹੋਈ ਕਰਦੇ ਨੇ। ਅੱਜ ਬੇਨਤੀ ਹੈ ਪੰਜਾਬ ਸਰਕਾਰ ਦੇ ਅੱਗੇ ਕਿ ਤੁਸੀਂ ਡੈਮੋਕ੍ਰੇਸੀ ਨੂੰ ਅਗਰ ਜਿੰਦਾ ਰੱਖਣਾ ਹੈ, ਉਹਨੂੰ ਜਿੰਦਾ ਰੱਖਣ ਵਾਸਤੇ ਜਿੰਨੇ ਵੀ ਅੱਜ ਸੜਕਾਂ ਦੇ ਲੋਕ ਬੈਠੇ ਨੇ ਉਹਨਾਂ ਦੀਆਂ ਗੱਲਾਂ ਸੁਣਦੇ ਹੋਏ ਅਲੱਗ-ਅਲੱਗ ਢੰਗ ਨਾਲ ਜਿਵੇਂ ਜਿਵੇਂ ਉਹਨਾਂ ਦੀ ਸਮੱਸਿਆ ਹੈ
ਉਹਨਾਂ ਨੂੰ ਸੋਲਵ ਕਰਨ ਤਾਂ ਜੋ ਲੋਕ ਸੁੱਖ ਦਾ ਸਾਹ ਲੈਣ। ਅੱਜ ਪੰਜਾਬ ਸੱਚਮੁੱਚ, ਪੰਜਾਬ ਦੇ ਸਕੂਲ ਬਿਮਾਰ, ਪੰਜਾਬ ਦਾ ਕਿਸਾਨ ਬਿਮਾਰ, ਪੰਜਾਬ ਦੇ ਅਧਿਆਪਕ ਬਿਮਾਰ, ਪੰਜਾਬ ਦਾ ਡਾਕਟਰ ਬਿਮਾਰ, ਪੰਜਾਬ ਦੇ ਹਸਪੀਟਲ ਬਿਮਾਰ, ਸਾਰਾ ਕੁਝ ਅੱਜ ਬਿਮਾਰੀ ਦੇ ਦੌਰ ਤੇ ਚੱਲ ਰਿਹਾ। ਜਦੋਂ ਤੱਕ ਇਹਨਾਂ ਬਿਮਾਰੀਆਂ ਦਾ ਨਿਜਾਤ ਦਿਵਾਉਣ ਵਾਸਤੇ ਸਰਕਾਰ ਕੋਈ ਪੁਖਤਾ ਜਾਂ ਵੱਡੇ ਸਟੈਪ ਨਹੀਂ ਲੈਂਦੀ, ਉਦੋਂ ਤੱਕ ਪੰਜਾਬ ਦੇ ਲੋਕਾਂ ਨੂੰ ਰਾਹਤ ਨਹੀਂ ਮਿਲੇਗੀ। ਸੋ ਇਸ ਕਰਕੇ ਮੈਂ ਗੁਜ਼ਾਰਿਸ਼ ਕਰਦਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ, ਸਿੱਖਿਆ ਮੰਤਰੀ ਸਾਹਿਬ ਨੂੰ ਤੇ ਨਾਲ ਖਜ਼ਾਨਾ ਮੰਤਰੀ ਨੂੰ ਕਿ ਤਿੰਨੇ ਰਲ ਕੇ ਇੱਕ ਇਕੱਠੇ ਹੋ ਕੇ ਇੱਕ ਇਹੋ ਜਿਹਾ ਇਹਨਾਂ ਚੀਜ਼ਾਂ ਦਾ ਇੱਕ ਮੂਲ ਰੂਪ ਦੇ ਵਿੱਚ ਕੋਈ ਹੱਲ ਨਿਕਾਲਣ ਤਾਂ ਜੋ ਲੋਕ ਸਹੀ ਰਹਿ ਸਕਣ, ਸੁੱਖ ਦਾ ਸਾਹ ਲੈ ਸਕਣ ਔਰ ਸਾਡਾ ਦੇਸ਼ ਇੱਕ ਲੋਕਤੰਤਰ ਦੇਸ਼ ਹੈ। ਲੋਕਤੰਤਰ ਦੀ ਪਰਿਭਾਸ਼ਾ ਨੂੰ ਲੋਕ ਸਮਝ ਸਕਣ। ਧੰਨਵਾਦ, ਮਿਹਰਬਾਨੀ। ਕੀ ਨਾਮ ਹੈ? ਮੇਰਾ ਨਾਮ ਪ੍ਰੋਫੈਸਰ ਨੀਰੂ ਚੌਧਰੀ ਹੈ ਤੇ ਮੈਂ ਇੱਥੇ 14 ਸਾਲ ਤੋਂ ਇਸ ਕਾਲਜ ਵਿੱਚ ਪੜ੍ਹਾ ਰਹੀ ਹਾਂ। ਜੀ। ਤੇ ਸਾਡਾ ਤੁਹਾਨੂੰ ਸਾਰਿਆਂ ਨੂੰ ਪਤਾ ਜਿਵੇਂ ਕਿ ਪੂਰਾ ਪੰਜਾਬ ਜਾਗਰੂਕ ਹੈ ਕਿ ਸਾਡਾ 1 ਮਹੀਨਾ 2 ਦਿਨ ਹੋ ਗਏ ਇਸ ਧਰਨੇ ਨੂੰ ਤੇ ਸਾਡੇ ਇਸ ਧਰਨੇ ਦਾ ਕੋਈ ਅਸਰ ਨਹੀਂ ਹੋ ਰਿਹਾ ਸਰਕਾਰਾਂ ਤੇ, ਜੋ ਕਿ ਇੱਕ ਦੱਸ ਰਿਹਾ ਹੈ ਕਿ ਇਹ ਸਰਕਾਰ ਹੁਣ ਮਰ ਚੁੱਕੀ ਹੈ, ਜਿਹਦਾ ਅਸੀਂ ਇਹ ਜ਼ਾਹਿਰ ਇਸ ਧਰਨੇ ਰਾਹੀਂ ਕੀਤਾ ਹੈ ਕਿ ਸਾਡੇ ਦੀ ਸਰਕਾਰ ਮਰ ਚੁੱਕੀ ਹੈ। ਤੇ ਅਸੀਂ ਜੇ ਸਰਕਾਰ ਨੇ ਸਾਨੂੰ ਬਿਲਕੁਲ ਬੇਰੁਜ਼ਗਾਰ ਹੁਣ ਕੁਝ ਦਿਨਾਂ ਵਿੱਚ ਕਰ ਦਿੰਦੀ ਹੈ, ਸਾਨੂੰ ਸੀਟਾਂ ਤੋਂ ਸਾਡੀ ਸੀਟਾਂ ਖੋਹ ਲੈਂਦੀ ਹੈ, ਤਾਂ ਅਸੀਂ ਆਉਣ ਵਾਲੇ ਟਾਈਮ 'ਚ ਸਰਕਾਰ ਨੂੰ ਬਿਲਕੁਲ ਮਾਰਾਂਗੇ, ਜੋ ਕਿ ਇਲੈਕਸ਼ਨਾਂ ਦੇ ਟਾਈਮ ਵਿੱਚ ਅਸੀਂ ਦੱਸਾਂਗੇ ਕਿ ਕਿਵੇਂ ਸਾਨੂੰ ਮਾਰਿਆ ਸੀ, ਕਿਵੇਂ ਅਸੀਂ ਸਰਕਾਰ ਨੂੰ ਮਾਰਿਆ ਹੈ। ਹੁਣ ਕੀ ਅਗਲੀ ਰਣਨੀਤੀ ਕਿਵੇਂ ਹੈਗੀ ਸਰਕਾਰ ਮੰਗਾਂ ਨਹੀਂ ਮੰਨਦੀ? ਰਣਨੀਤੀ ਦੀ ਜੇ ਤੁਸੀਂ ਗੱਲ ਕਰਦੇ ਹੋ ਤਾਂ ਅਸੀਂ ਕਹਿ ਸਕਦੇ ਹਾਂ ਕਿ ਜਿਵੇਂ ਕਿ ਸਾਡੇ ਸੁਣਨ 'ਚ ਆ ਰਿਹਾ ਹੈ ਕਿ ਸਰਕਾਰ ਨੇ ਪੂਰੀ ਤਿਆਰੀ ਕਰ ਲਈ ਹੈ ਸਾਨੂੰ ਕੱਢਣ ਦੀ। ਤੇ ਮੈਂ ਸਰਕਾਰ ਨੂੰ ਇੱਕ ਗੱਲ ਪੁੱਛਦੀ ਹਾਂ, ਸਰਕਾਰ ਮੈਂ ਕਿਸੇ ਹੋਰ ਦੀ ਅਸੀਂ ਸੀਟਾਂ ਨਹੀਂ ਮੰਗ ਰਹੇ, ਸਾਡੀ ਜਿਹੜੀ ਕੁਰਸੀਆਂ ਸਾਡੀ 14 ਸਾਲ ਤੋਂ ਸਾਡੇ ਕੋਲ ਪਈਆਂ ਅਸੀਂ ਉਹੀ ਸੀਟਾਂ ਮੰਗ ਰਹੇ ਹਾਂ। ਅਸੀਂ ਕਿਸੇ ਹੋਰ ਅਧਿਆਪਕਾਂ ਦੀ ਸੀਟਾਂ ਨੂੰ ਨਹੀਂ ਕਹਿ ਰਹੇ ਸਾਨੂੰ ਦਿਓ। ਅਸੀਂ 906 ਬੰਦੇ ਸਿਰਫ ਆਪਣੀ ਸੀਟਾਂ ਦੀ ਸੁਰੱਖਿਆ ਚਾਹ ਰਹੇ ਹਾਂ, ਅਸੀਂ ਹੋਰ ਬੰਦਿਆਂ ਦੀ ਸੁਰੱਖਿਆ ਨਹੀਂ ਕਹਿ ਰਹੇ ਕਿ ਅਸੀਂ ਹੋਰਾਂ ਦੀ ਸੁਰੱਖਿਆ ਕਰਕੇ ਆਪਣੀ ਸੁਰੱਖਿਆ ਕਰ ਰਹੇ ਹਾਂ। ਇਸ ਕਰਕੇ ਸਰਕਾਰ ਜੀ ਹੁਣ ਵੀ ਮੰਨ ਜਾਓ, ਨਹੀਂ ਤਾਂ ਸਾਡਾ ਇੰਨਾ ਤਿੱਖਾ ਸੰਘਰਸ਼ ਦੇਖੋਗੇ ਜੋ ਕਿ ਤੁਸੀਂ ਸੋਚਿਆ ਨਹੀਂ ਹੋਣਾ ਕਿ ਅਧਿਆਪਕ ਵੀ ਇਹੋ ਜਿਹਾ ਸੰਘਰਸ਼ ਕਰ ਸਕਦੇ ਆ, ਉਹ ਵੀ ਪੰਜਾਬ 'ਚ। ਕੀ ਨਾਮ ਹੈ? ਸਰ ਮੇਰਾ ਨਾਮ ਪ੍ਰੋਫੈਸਰ ਗੁਰਲੀਨ ਕੌਰ ਹੈ। ਮੈਂ ਪਿਛਲੇ 10 ਸਾਲਾਂ ਤੋਂ ਹੀ ਇੱਥੇ ਸ਼ਿਵਾਲਿਕ ਕਾਲਜ 'ਤੇ ਪੜ੍ਹਾ ਰਹੀ ਹਾਂ ਤੇ ਅਸੀਂ ਅੱਜ ਚੰਨੀ ਸਰਕਾਰ ਦੇ ਖਿਲਾਫ ਆਪਣਾ ਰੋਸ ਪ੍ਰਗਟ ਕੀਤਾ ਹੈ। ਚੰਨੀ ਸਰਕਾਰ ਦਾ ਪੁਤਲਾ ਫੂਕ ਕੇ ਇਹ ਕਰਦੀ ਹੈ ਤੇ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਸਰਕਾਰ ਨੂੰ ਕਿ ਸਰਕਾਰ ਸਾਨੂੰ ਇਹ ਨਾ ਸੋਚੇ ਕਿ ਅਸੀਂ ਸਿਰਫ 906 ਗੈਸਟ ਫੈਕਲਟੀ ਹੈ, ਅਗਰ ਸਾਨੂੰ ਉਹ ਕੱਢ ਦਿੰਦੀ ਹੈ ਤਾਂ ਉਹਨਾਂ ਨੂੰ ਕੋਈ ਫਰਕ ਨਹੀਂ ਪਏਗਾ। ਅਸੀਂ 48 ਕਾਲਜਸ ਦੇ ਵਿੱਚ ਸਰ ਇੱਕ ਸਾਡੀ ਟੀਮ ਕੰਮ ਕਰਨਾ ਸ਼ੁਰੂ ਕਰ ਦਿੱਤੀ ਹੈ। ਅਸੀਂ ਜਿੰਨੇ ਸਾਡੇ ਕੋਲ 10 ਸਾਲਾਂ ਦੇ ਵਿੱਚ ਪਾਸ ਆਊਟ ਸਟੂਡੈਂਟਸ ਹੈ ਉਹਨਾਂ ਦੇ ਅਸੀਂ ਗਰੁੱਪ ਬਣਾਉਣੇ ਸ਼ੁਰੂ ਕਰ ਦਿੱਤੇ ਹੈ ਤੇ ਅਸੀਂ ਇਹ ਅਗਰ ਸਰਕਾਰ ਸਾਨੂੰ ਇਹਦੇ ਵਿੱਚੋਂ ਕੱਢਦੀ ਹੈ, ਅਸੀਂ ਵਿਹਲੇ ਹੋ ਜਾਂਦੇ ਹਾਂ, ਤਾਂ ਸਾਡਾ ਇੱਕੋ ਹੀ ਕੰਮ ਹੋਏਗਾ ਕਿ ਅਸੀਂ ਉਹਨਾਂ ਗਰੁੱਪਾਂ ਦੇ ਥਰੂ ਆਪਾਂ ਪ੍ਰਚਾਰ ਕਰਾਂਗੇ ਕਿ ਵੋਟਾਂ ਦੇ ਵਿੱਚ ਅਸੀਂ ਚੰਨੀ ਸਰਕਾਰ ਨੂੰ ਦੁਬਾਰਾ ਨਹੀਂ ਆਉਣ ਦੇਵਾਂਗੇ। ਸਰਕਾਰ ਨੇ ਤਾਂ ਇੱਕ ਨੋਟੀਫਿਕੇਸ਼ਨ ਜਦੋਂ ਜਾਰੀ ਕੀਤਾ ਹੈ, ਉਹਨਾਂ ਨੇ ਤਾਂ ਰੋਜ਼ਗਾਰ ਦੇਣ ਦੀ ਗੱਲ ਕੀਤੀ ਹੈ, ਤੇ ਤੁਸੀਂ ਉਹਨਾਂ ਦੇ ਖਿਲਾਫ ਹੋ ਜਿਨ੍ਹਾਂ ਨੂੰ ਰੋਜ਼ਗਾਰ ਦਿੱਤਾ ਗਿਆ, ਜਾਂ ਤੁਸੀਂ ਸਰਕਾਰ ਦੇ ਖਿਲਾਫ ਪ੍ਰੋਟੈਸਟ ਕਰਨਾ? ਸਰ ਅਸੀਂ ਰੋਜ਼ਗਾਰ ਦੇ ਬਿਲਕੁਲ ਖਿਲਾਫ ਨਹੀਂ ਹੈ। ਹਜੇ ਇਸੇ ਸਾਲ ਅਸੀਂ ਸੈਪਟੈਂਬਰ ਦੇ ਵਿੱਚ ਇੱਥੇ ਜੌਬ ਫੇਅਰ ਕਰਵਾਇਆ ਹੈ ਆਪਣੇ ਕਾਲਜ ਦੇ ਵਿੱਚ ਤੇ ਅਸੀਂ ਪੂਰੀ ਤਹਿ ਦਿਲੀ ਦੇ ਨਾਲ ਇੱਥੇ ਆਲਮੋਸਟ 2000 ਦੇ ਕਰੀਬ ਲੋਕਾਂ ਨੂੰ ਜੌਬ ਵੀ ਮਿਲੀਆਂ ਹੈ। ਅਸੀਂ ਜੌਬ ਦੇ ਖਿਲਾਫ ਨਹੀਂ ਹੈ, ਨਵੇਂ ਟੀਚਰ ਆਉਣੇ ਚਾਹੀਦੇ ਆ ਕਿਉਂਕਿ ਸਾਡੇ ਉੱਤੇ ਵੀ ਵਰਕਲੋਡ ਬਹੁਤ ਜ਼ਿਆਦਾ ਹੈ। ਅਸੀਂ 2 ਟੀਚਰ ਇੱਕ ਡਿਪਾਰਟਮੈਂਟ ਦੇ ਵਿੱਚ ਕੰਮ ਕਰ ਰਹੇ ਹਾਂ, ਜਦੋਂ ਕਿ ਉੱਥੇ ਜਿਹੜਾ ਕੰਮ ਕਰਨ ਦਾ ਜੋ ਬੰਦਿਆਂ ਦੀ ਪੋਸਟ ਹੈ ਉਹ 4 ਬੰਦਿਆਂ ਦੀ ਹੈ, ਪਰ ਉੱਥੇ ਵਰਕਲੋਡ ਸਿਰਫ 2 ਬੰਦਿਆਂ ਉੱਤੇ ਪੈ ਰਿਹਾ। ਅਸੀਂ ਚਾਹੁੰਦੇ ਹਾਂ ਕਿ ਉੱਥੇ ਖਾਲੀ ਪੋਸਟਾਂ 'ਤੇ ਬੰਦੇ ਆਉਣ, ਪਰ ਇਹ ਹੈ ਕਿ ਸਾਨੂੰ ਨਾ ਬਾਹਰ ਕੱਢਿਆ ਜਾਵੇ। ਜੋ ਸਾਡੀਆਂ ਖਾਲੀ ਪੋਸਟ ਹੈ, ਸੈਕਸ਼ਨ ਪੋਸਟ ਹੈ, ਉਹਦੇ ਉੱਤੇ ਨਵੇਂ ਬੰਦੇ ਲਿਆਏ ਜਾਣ ਤਾਂ ਕਿ ਜੋ ਨਵੇਂ ਲੋਕ ਹੈ ਜਿਹੜੇ ਰੋਜ਼ਗਾਰ ਚਾਹੁੰਦੇ ਹੈ ਉਹਨਾਂ ਨੂੰ ਵੀ ਰੋਜ਼ਗਾਰ ਮਿਲ ਸਕੇ। ਸਰ ਇੱਕ ਅਧਿਆਪਕ ਲਈ ਜੇ ਮੈਂ ਗੱਲ ਕਰਾਂ, ਸਿਰਫ 18 ਲੈਕਚਰ ਦਾ ਭਾਰ ਹੋਣਾ ਜ਼ਰੂਰੀ ਹੈ, ਲੇਕਿਨ ਅਸੀਂ 4-5 ਸਾਲਾਂ ਤੋਂ 42 ਲੈਕਚਰ ਲੈ ਰਹੇ ਹਾਂ ਤੇ ਅਸੀਂ 3-3 4-4 ਵਜੇ ਘਰ ਜਾ ਰਹੇ ਹਾਂ। ਤਾਂ ਇਹਦਾ ਮਤਲਬ ਇਹ ਨਹੀਂ ਸੀਗਾ ਅਸੀਂ 4 ਵਜੇ ਸਮੇਂ ਇਸ ਕਰਕੇ ਨਹੀਂ ਆਪਣਾ ਦਿੱਤਾ ਕਾਲਜਾਂ ਨੂੰ ਕਿ ਅੱਜ ਸਾਨੂੰ ਕੱਢ ਦੇਣ। ਕੀ ਨਾਮ ਹੈ? ਮੇਰਾ ਨਾਮ ਨਿਸ਼ਾ ਗਾਂਧੀ ਹੈ। ਮੈਂ ਸ਼ਿਵਾਲਿਕ ਕਾਲਜ ਤੋਂ ਲਗਭਗ 7.5 ਸਾਲ ਤੋਂ ਕੰਮ ਕਰ ਰਹੀ ਹਾਂ ਤੇ ਮੈਂ ਆਪਣੀ ਗਵਰਨਮੈਂਟ ਸਰਕਾਰ ਨੂੰ ਇਹੀ ਬੋਲਣਾ ਚਾਹੁੰਦੀ ਹਾਂ ਕਿ ਕਿਰਪਾ ਕਰਕੇ ਤੁਸੀਂ ਇਸ ਮੁੱਦੇ 'ਤੇ ਵੀ ਧਿਆਨ ਦਿਓ ਕਿ ਸਾਡੇ ਨਾਲ ਸਾਡੀ ਫੈਮਲੀਜ਼ ਵੀ ਜੁੜੀਆਂ ਹੋਈਆਂ ਹੈ। ਸਾਡੇ ਇਸ ਤਰ੍ਹਾਂ ਧਰਨੇ ਲਾਉਣ ਨਾਲ ਉਹਨਾਂ 'ਤੇ ਵੀ ਬਹੁਤ ਅਸਰ ਪੈ ਰਿਹਾ ਤੇ ਜੇ ਗੱਲ ਕੀਤੀ ਜਾਵੇ ਆਪਣੇ ਇਲੈਕਸ਼ਨਸ ਦੀ ਤੇ ਸਾਡੇ ਨਾਲ ਸਾਡੀ ਫੈਮਲੀਜ਼ ਵੀ ਹੈਗੀਆਂ, ਉਹਨਾਂ ਦੀ ਵੋਟ ਵੀ ਉਨੀ ਹੀ ਜ਼ਰੂਰੀ ਆ ਤੁਹਾਡੇ ਵਾਸਤੇ ਜਿੰਨੀ ਕਿ ਸਾਡੇ ਨਾਲ ਸਾਡੇ ਮਾਇਕੇ ਦੀ ਫੈਮਿਲੀ, ਸਾਡੇ ਆਫਟਰ ਮੈਰਿਜ ਜਿਹੜੇ ਸਾਡੇ ਪਰਿਵਾਰ ਜੁੜੇ ਉਹਨਾਂ ਦੀ ਫੈਮਿਲੀ, ਅਸੀਂ ਸਾਰੇ ਰਲ ਕੇ ਉਹਨਾਂ ਦੇ ਖਿਲਾਫ ਹੀ ਇਹ ਚੀਜ਼ ਮੁਹਿੰਮ ਜ਼ਰੂਰ ਚਲਾਵਾਂਗੇ ਅਗਰ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ।
ਕਿੰਨੇ ਦਿਨ ਦਾ ਸਮਾਂ ਹੋ ਗਿਆ ਮੈਮ ਤੁਹਾਨੂੰ ਪ੍ਰੋਟੈਸਟ ਤੇ ਬੈਠੇ? ਸਾਨੂੰ 1 ਮਹੀਨਾ ਉੱਤੋਂ 1 ਦਿਨ ਮਤਲਬ ਕਿ 1 ਮਹੀਨਾ 1 ਦਿਨ ਉੱਪਰ ਹੋ ਗਿਆ ਹੈ ਤੇ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਆਪਣੀ ਜੌਬ ਨੂੰ ਬਚਾਉਣ ਦੇ ਲਈ। ਤੇ ਮੈਂ ਹੱਥ ਜੋੜ ਕੇ ਆਪਣੀ ਸਰਕਾਰ ਨੂੰ ਇਹ ਗੁਜ਼ਾਰਿਸ਼ ਕਰਦੀ ਹਾਂ ਕਿ ਕਿਰਪਾ ਕਰਕੇ ਸਾਡੀ ਪਲੀਜ਼ ਇਸ ਚੀਜ਼ ਵੱਲ ਧਿਆਨ ਦਿੱਤਾ ਜਾਵੇ ਤੇ ਸਾਨੂੰ ਆਪਣੇ ਕੰਮ ਵੱਲ ਵਾਪਸ ਕੀਤਾ ਜਾਵੇ ਤਾਂ ਕਿ ਅਸੀਂ ਆਪਣਾ ਜਿਹੜਾ ਸਾਡਾ ਐਕਚੁਅਲ ਕੰਮ ਹੈਗਾ ਉਹ ਅਸੀਂ ਕਰ ਲਈਏ। ਕੋਈ ਸਰਕਾਰੀ ਨੁਮਾਇੰਦਾ ਆਇਆ? ਹਾਲੇ ਤੱਕ ਤਾਂ ਨਹੀਂ ਆਇਆ ਬਟ ਅਗਰ ਜੌਬ ਨੂੰ ਦੇਖਿਆ ਜਾਵੇ ਤਾਂ ਬਹੁਤ ਸਾਰੇ ਕੈਂਡੀਡੇਟਸ ਆ ਰਹੇ ਆ ਇਸ ਜੁਆਇਨ ਕਰਨ ਵਾਸਤੇ। ਉਹ ਵੀ ਠੀਕ ਹੈ ਇੱਕ ਗੱਲੋਂ ਕਿ ਚਲੋ ਜਿਹੜੀ ਸਾਡੀ ਖਾਲੀ ਪੋਸਟਾਂ ਹੈਗੀਆਂ ਉਹਨਾਂ ਨੂੰ ਭਰਿਆ ਜਾਵੇ ਬਟ ਸਾਨੂੰ ਤਾਂ ਨਾ ਇਹਨਾਂ ਅਸਾਮੀਆਂ ਤੋਂ ਕੱਢਿਆ ਜਾਵੇ ਕਿਉਂਕਿ ਸਾਡੀ ਦਿਨ ਰਾਤ ਦੀ ਮਿਹਨਤ ਹੈ ਇੱਕ ਤਰੀਕੇ ਦੀ ਅਸੀਂ ਬਚਾ ਕੇ ਰੱਖੀ ਹੋਈ। ਪੜ੍ਹਾਈ ਕਿੰਨੀ ਕੁ ਇਫੈਕਟਿਵ ਹੋ ਰਹੀ ਹੈ? ਜਿਹੜੇ ਗੈਸ ਫੈਸਿਲਿਟੀਜ਼ ਆ ਉਹਨਾਂ ਜਿਹੜੇ ਪ੍ਰੋਟੈਸਟ ਤੇ ਬੈਠੇ ਤਾਂ ਪੜ੍ਹਾਈ ਕਿੰਨੀ ਇਫੈਕਟਿਵ ਹੋ ਰਹੀ ਹੈ? ਬਹੁਤ ਜ਼ਿਆਦਾ ਇਫੈਕਟ ਹੋ ਰਹੀ ਹੈ ਸਾਨੂੰ ਤਾਂ। ਅਸੀਂ ਆਪਣਾ ਸਿਲੇਬਸ ਵੀ ਕਵਰ ਨਹੀਂ ਕਰ ਪਾ ਰਹੇ ਇਹਨਾਂ ਕਰਕੇ। ਸੋ ਸਾਡੇ ਟੀਚਰਸ ਦਾ ਇਹ ਹਾਲ ਹੈ ਤਾਂ ਸੋਚੋ ਅਸੀਂ ਹੁਣ ਪੇਪਰਾਂ 'ਚ ਕਿਆ ਕਰੂੰਗੇ ਅੱਗੇ ਜਾ ਕੇ। ਸਾਨੂੰ ਤਾਂ ਕੁਝ ਲੱਗ ਨਹੀਂ ਰਿਹਾ, ਸਾਡੀ ਤਾਂ ਰੀਪੇਅਰ ਹੀ ਆਉਣ ਲੱਗ ਰਹੀ ਹੈ। ਸਾਨੂੰ ਲੱਗਦਾ ਉਹੀ ਆਉਂਗੀਆਂ ਹੁਣ ਤਾਂ ਉਹਦੀ ਜ਼ਿੰਮੇਵਾਰ ਟੀਚਰਸ ਤਾਂ ਹੈ ਨਹੀਂ ਬਿਕੋਜ਼ ਜਦ ਉਹ ਇੰਨਾ ਪੜ੍ਹ ਕੇ ਇੱਥੇ ਬੈਠੇ ਸਟ੍ਰਾਈਕ 'ਤੇ ਤਾਂ ਅਸੀਂ ਹੁਣ ਕਿਆ ਕਹੀਏ ਉਹਨਾਂ ਨੂੰ ਤਾਂ ਕਹਿ ਨਹੀਂ ਸਕਦੇ, ਉਹ ਤਾਂ ਆਪ ਮਜਬੂਰ ਹੈ। ਅਤੇ ਫਿਰ ਹੁਣ ਜੇ ਸਾਡੀ ਰੀਪੇਅਰ ਆਏਗੀ ਤਾਂ ਫਿਰ ਉਹਦੀ ਸਰਕਾਰ ਜ਼ਿੰਮੇਵਾਰ ਹੋਊਗੀ ਕਿਉਂਕਿ ਫਿਰ ਉਹਨਾਂ ਕਰਕੇ ਹੀ ਅਸੀਂ ਇੱਥੇ ਤੱਕ ਪੁੱਜੇ ਹਾਂ। ਇੱਕ ਸਲੋਗਨ ਹੈ ਬੇਟੀ ਪੜਾਓ ਬੇਟੀ ਬਚਾਓ, ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਬੇਟੀ ਪੜ੍ਹਾ ਕੇ ਵੀ ਕਿਆ ਕਰਨਾ ਜਦੋਂ ਇਹਨਾਂ ਦਾ ਇਹ ਹਾਲ ਹੈ ਤਾਂ ਅਸੀਂ ਪੜ੍ਹ ਕੇ ਵੀ ਕਿਆ ਕਰੂੰਗੇ। ਜਦੋਂ ਅਸੀਂ ਕਾਲਜਸ ਜਾਂਦੇ ਸੀ ਟੀਚਰਸ ਦੇਖਦੇ ਸੀ ਉਹਦੇ ਵੀ ਅਸੀਂ ਵੀ ਇਹਨਾਂ ਵਰਗੇ ਟੀਚਰਸ ਬਣਨਾ ਤੇ ਫਿਰ ਜਦ ਟੀਚਰਸ ਦਾ ਇਹ ਹਾਲ ਹੈ ਤਾਂ ਅਸੀਂ ਕਿਆ ਸੋਚਣਾ ਅੱਗੇ। ਮਤਲਬ ਸਰਕਾਰ ਦੇ ਦਾਅਵੇ ਜਿਹੜੇ ਹਵਾ ਹੁੰਦੇ ਨਜ਼ਰ ਆ ਰਹੇ ਨੇ ਬਹੁਤ ਜ਼ਿਆਦਾ, ਇੱਕ ਵੀ ਪੂਰਾ ਨਹੀਂ ਹੁੰਦਾ। ਜੇ ਟੀਚਰਸ ਦਾ ਇਹ ਹਾਲ ਹੈ ਤਾਂ ਅਸੀਂ ਕਿਆ ਹੁਣ ਕਹੀਏ ਅੱਗੇ। ਮੈਂ ਇਸੇ ਕਾਲਜ ਦੀ MA ਦੀ ਸਟੂਡੈਂਟ ਹਾਂ। ਮੈਂ ਸਰਕਾਰ ਅੱਗੇ ਇਹ ਕਹਿਣਾ ਚਾਹੁੰਦੀ ਹਾਂ ਕਿ ਸਾਡੇ ਟੀਚਰ 1 ਮਹੀਨੇ ਤੋਂ ਇਸ ਧਰਨੇ ਤੇ ਬੈਠੇ ਹੋਏ, ਤੁਸੀਂ ਸਰਕਾਰ ਕੋਈ ਵੀ ਇਹਨਾਂ ਵੱਲ ਕੋਈ ਧਿਆਨ ਨਹੀਂ ਦੇ ਰਹੇ ਹੈ ਜਦ ਕਿ ਸਰਕਾਰ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਹੈ। ਤੇ ਸਾਡੇ ਵੀ ਮਹੀਨੇ ਤੋਂ ਕੋਈ ਲੈਕਚਰ ਨਹੀਂ ਲੱਗ ਰਿਹਾ ਹੈ। ਇਹਨਾਂ ਵਿੱਚ ਸਾਡੇ ਟੀਚਰ ਦਾ ਕੋਈ ਕਸੂਰ ਨਹੀਂ ਹੈ, ਇਹਦੇ ਵਿੱਚ ਸਰਕਾਰ ਦਾ ਹੀ ਕਸੂਰ ਹੈ। ਹੁਣ ਸਾਡੇ ਪੇਪਰ ਵੀ ਆ ਰਹੇ ਨੇ, ਪੇਪਰ ਦਾ ਬਰਡਨ ਵੀ ਹੈ ਸਾਡੇ ਤੇ ਹੁਣ ਜੇ ਪੇਪਰ ਦੇ ਵਿੱਚ ਸਾਡੀ ਰੀਪੇਅਰ ਜਾਂ ਅਸੀਂ ਫੇਲ ਹੋ ਰਹੇ ਹਾਂ, ਇਹਨਾਂ ਟੀਚਰ ਨਹੀਂ ਅਸੀਂ ਕਸੂਰ ਕੱਢਾਂਗੇ, ਅਸੀਂ ਸਿਰਫ ਸਰਕਾਰ ਦਾ ਹੀ ਕਸੂਰ ਕੱਢਾਂਗੇ। ਹੁਣ ਅੱਗੇ ਵੋਟਾਂ ਵੀ ਆ ਰਹੀਆਂ, ਮੈਂ ਤਾਂ ਸੋਚ ਲਿਆ ਕਿ ਮੈਂ ਸਰਕਾਰ ਨੂੰ ਵੋਟ ਨਹੀਂ ਪਾਉਂਗੀ। ਸਾਡੇ ਸਰਕਾਰ ਦਾ ਸਿਸਟਮ ਇੰਨਾ ਬੇਕਾਰ ਹੋ ਗਿਆ ਕਿ ਸਾਡੇ ਆਉਣ ਵਾਲੇ ਫਿਊਚਰ 'ਚ ਵੀ ਅਸੀਂ ਕਿ ਬੱਚਿਆਂ ਨੂੰ ਕੀ ਦੱਸਾਂਗੇ ਕਿ ਤੁਸੀਂ ਪੜ੍ਹੋ? ਨਹੀਂ, ਅਸੀਂ ਇਹ ਕਹਾਂਗੇ ਨਹੀਂ, ਪੜ੍ਹਨੇ ਦਾ ਕੋਈ ਫਾਇਦਾ ਹੀ ਨਹੀਂ ਹੈ ਜਦ ਕੋਈ ਨੌਕਰੀ ਨਹੀਂ ਹੈ, ਜਾਂ ਕੋਈ ਹੈ ਹੀ ਨਹੀਂ ਸਟੈਂਡ। ਬਸ ਮੈਂ ਹੁਣ ਇਹੀ ਕਹਿਣਾ ਚਾਹੁੰਦੀ ਹਾਂ ਸਰਕਾਰ ਦੇ ਅੱਗੇ ਕਿ ਸਾਡੇ ਟੀਚਰਸ ਵੱਲ ਦੇਖੋ ਤੇ ਉਹਨਾਂ ਬਾਰੇ ਸੋਚੋ। ਉਹਨਾਂ ਨੂੰ ਇੰਨੇ ਸਾਲ ਹੋ ਗਏ ਇਸ ਕਾਲਜ ਦੇ ਵਿੱਚ ਕੰਮ ਕਰਦੇ ਨੂੰ ਤੇ ਉਹਨਾਂ ਨੂੰ ਇਹ ਇਨਾਮ ਦਿੱਤਾ ਜਾਂਦਾ ਹੈ। ਫਿਰ ਪਲੀਜ਼ ਸਰਕਾਰ ਅੱਗੇ ਇਹੀ ਹੈ ਕਿ ਸਾਡੇ ਟੀਚਰਸ ਦੇ ਜੋ ਵੀ ਮੰਗਾਂ ਹੈ ਉਹਨਾਂ ਨੂੰ ਪੂਰਾ ਕੀਤਾ ਜਾਵੇ। ਕੀ ਮੰਗ ਕਰਦੇ ਹੋ ਸਰਕਾਰ? ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਕਿ ਜੋ ਸਾਡੇ ਟੀਚਰ ਕਹਿੰਦੇ ਹਨ ਬਸ ਉਹੀ ਉਹਨਾਂ ਨੂੰ ਮਤਲਬ ਦਿੱਤਾ ਜਾਵੇ, ਉਹਨਾਂ ਦਾ ਹੱਕ ਦਿੱਤਾ ਜਾਵੇ। ਥੈਂਕ ਯੂ। ਕਿੰਨੀ ਕੁ ਪੜ੍ਹਾਈ ਜਿਹੜੀ ਤੁਹਾਡੀ ਹੈ ਕਿੰਨੀ ਇਫੈਕਟ ਹੋ ਰਹੀ ਹੈ? ਸਰ ਪੜ੍ਹਾਈ ਕਿੱਥੇ ਹੋ ਰਹੀ ਹੈ? ਟੀਚਰ ਆ ਰਹੇ ਨੇ ਸਰ ਬਾਹਰ ਧਰਨਾ ਲਾ ਰਹੇ ਨੇ ਤੇ ਪੜ੍ਹਾਈ ਤਾਂ ਬਹੁਤ ਪਿੱਛੇ ਜਾ ਰਹੀ ਹੈ। ਪੜ੍ਹਾਈ ਬਿਲਕੁਲ ਨਹੀਂ ਹੋ ਰਹੀ ਜੀ। ਸਰਕਾਰ ਕਰੀ ਹੈ, ਇੱਕ ਸਲੋਗਨ ਵੀ ਹੈ ਪੜ੍ਹੇਗਾ ਇੰਡੀਆ ਤभी तो बढ़ेगा इंडिया, ਫਿਰ ਉਹਦੇ ਬਾਰੇ ਕੀ ਤੁਹਾਡਾ ਕਹਿਣਾ? ਕਿੱਥੇ ਵੜਨਾ ਜੀ? ਤਾਂ ਸਾਡੇ ਟੀਚਰ ਬਾਹਰ ਬੈਠ ਰਹੇ ਨੇ, ਜਿਹੜੇ ਪੜ੍ਹਾਉਣ ਵਾਲੇ ਉਹ ਪਿੱਛੇ ਮਤਲਬ ਬੈਠ ਰਹੇ ਨੇ ਕਿ ਅਸੀਂ ਕਿੱਥੇ ਮਤਲਬ ਪੜ੍ਹਾਂਗੇ। ਮਤਲਬ ਕਿ ਪੜ੍ਹੇਗਾ ਨਹੀਂ ਇੰਡੀਆ ਤਾਂ ਵਧੇਗਾ ਵੀ ਨਹੀਂ ਇੰਡੀਆ, ਹੈ ਨਾ? ਕਿਤੋਂ ਵੀ ਨਹੀਂ ਵਧਣਾ ਜੀ। ਜਦ ਪੜ੍ਹਾਂਗੇ ਨਹੀਂ ਤਾਂ ਵਧਾਂਗੇ ਕਿੱਥੋਂ ਜੀ? ਕੀ ਮੰਗ ਕਰਦੇ ਹੋ ਸਰਕਾਰ ਤੋਂ? ਮੰਗ ਇਹੀ ਹੈ ਜੀ, ਅਸੀਂ ਨਿਰਮਤਾ ਸਾਹਿਤ ਬੇਨਤੀ ਕਰਦੇ ਹਾਂ ਵੀ ਸਾਡੇ ਟੀਚਰ ਸਾਹਿਬਾਨ ਨੂੰ, ਪ੍ਰੋਫੈਸਰ ਸਾਹਿਬਾਨ ਨੂੰ ਪੱਕੇ ਕੀਤਾ ਜਾਵੇ ਜੀ ਤੇ ਜੋ ਉਹਨਾਂ ਦੀਆਂ ਮੰਗਾਂ ਨੇ ਉਹ ਪੂਰੀਆਂ ਕੀਤੀਆਂ ਜਾਣ ਜੀ। ਅਧਿਆਪਕਾਂ ਦੀਆਂ ਹੱਕੀ ਮੰਗਾਂ ਅਤੇ ਸਰਕਾਰ ਦੇ ਅੜੀਅਲ ਰਵੱਈਏ 'ਚ ਕਿਸ ਦੀ ਹੋਵੇਗੀ ਜਿੱਤ? ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰਾਏ ਦਿਓ। ਨਿਊਜ਼ T20 ਦੇ ਲਈ ਰਮਨਪ੍ਰੀਤ ਅਤੇ ਤਰਲੋਕ ਸਿੰਘ ਦੀ ਰਿਪੋਰਟ, ਨੰਗਲ ਡੈਮ।